ਸਤਿ ਸ੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੇਸਿੰਗ ਆਡੀਓ ਟੀਮ ਦੇ ਵੱਲੋਂ ਆ। ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮਸ਼੍ਰੀ ਪੱਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਆਨਾਪਾਨਸਤੀ ਧਿਆਨ ਕੀ ਹੈ ਇਹਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੇ। ਪਿਤਾਮਾ ਦੱਸਦੇ ਨੇ, ਧਿਆਨ ਦਾ ਅਰਥ ਹੈ ਆਪਣੇ ਆਪ ਦੇ ਨਾਲ ਹੋਣਾ, ਖੁਦ ਨੂੰ ਪਿਆਰ ਕਰਨਾ, ਆਪਣੇ ਨਾਲ ਸਮੇਂ ਬਿਤਾਉਣਾ। ਜਿਸ ਤਰ੍ਹਾਂ ਅਸੀਂ ਆਪਣੇ ਜੀਵਨ ਸਾਥੀ ਦੇ ਨਾਲ, ਬੱਚਿਆਂ ਨਾਲ, ਮਿੱਤਰਾਂ ਨਾਲ, ਪੜੋਸੀਆਂ ਦੇ ਨਾਲ ਸਮੇਂ ਬਿਤਾਉਂਦੇ ਹਾਂ, ਉਸੇ ਹੀ ਤਰ੍ਹਾਂ ਆਪਣੇ ਨਾਲ ਵੀ ਕੁਝ ਸਮੇਂ ਬਿਤਾਉਣਾ ਹੈਗਾ। ਸਾਨੂੰ ਰੋਜ਼ ਆਪਣੇ ਕਮਰੇ ਦੇ ਇੱਕ ਕੋਨੇ ਵਿੱਚ ਬੈਠਣਾ ਚਾਹੀਦਾ ਹੈ। ਆਰਾਮ ਨਾਲ ਕੁਰਸੀ 'ਤੇ ਵੀ ਬੈਠ ਸਕਦੇ ਹੋ। ਦੋਨੋਂ ਪੈਰਾਂ ਨੂੰ ਕ੍ਰਾਸ ਕਰੋ, ਦੋਨੋਂ ਹੱਥ ਦੀ ਉਂਗਲੀਆਂ ਇੱਕ ਦੂਜੇ ਵਿੱਚ ਫਸਾ ਲਵੋ, ਅੱਖਾਂ ਨੂੰ ਬੰਦ ਕਰ ਲਵੋ, ਆਪਣੀ ਸਾਹ ਦੇ ਨਾਲ ਰਹੋ। ਕੁਝ ਵੀ ਹੋ ਜਾਵੇ ਅੱਖ ਨਹੀਂ ਖੋਲ੍ਹਣੀ। ਹਰੇਕ ਨੂੰ ਰੋਜ਼ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਧਿਆਨ ਕਰਨਾ ਚਾਹੀਦਾ ਹੈ। ਜਦ ਵੀ ਸਮੇਂ ਮਿਲੇ ਜਾਂ ਕੁਝ ਜ਼ਰੂਰੀ ਕੰਮ ਨਹੀਂ ਕਰਨਾ ਹੋਵੇ ਤੇ ਧਿਆਨ ਕਰਨਾ ਚਾਹੀਦਾ ਹੈ। ਧਿਆਨ ਸਾਡੇ ਦੈਨਿਕ ਜੀਵਨ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ ਨਾ। ਧਿਆਨ ਵਿਗਿਆਨ ਸਰਲ ਭੌਤਿਕ ਗਤੀ ਦੇ 3 ਨਿਯਮ ਹਨ, 3 laws of motion। ਉਸ਼ਮਾ ਵਿਗਿਆਨ ਯਾਨੀ ਥਰਮੋਡਾਇਨੈਮਿਕਸ ਦੇ ਵੀ 3 ਨਿਯਮ ਹਨ। ਇਸ ਤਰ੍ਹਾਂ ਧਿਆਨ ਵਿਗਿਆਨ ਦੇ ਵੀ 3 ਨਿਯਮ ਹਨ। ਪਹਿਲਾ ਨਿਯਮ, ਜਦ ਅਸੀਂ ਆਪਣੇ ਸਰਲ, ਸਹਿਜ, ਸਮਾਨਯ, ਕੋਮਲ, ਸ਼ਾਂਤ, ਸੁਭਾਵਿਕ ਸ਼ਵਾਸ ਪ੍ਰਵਾਹ ਦੇ ਨਾਲ ਹੋ ਜਾਂਦੇ ਹਾਂ, ਮਨ ਵਿਚਾਰ ਸ਼ੂਨਯ ਹੋ ਜਾਂਦਾ ਹੈ। ਸ਼ਵਾਸ ਸਰੀਰ ਦਾ ਕੋਈ ਅੰਗ ਤੇ ਨਹੀਂ ਹੈਗਾ, ਫਿਰ ਵੀ ਸਰੀਰ ਦੇ ਅੰਦਰ ਹੈਗਾ। ਸ਼ਵਾਸ ਸਥੂਲ ਵਸਤੂ ਨਹੀਂ ਹੈ, ਫਿਰ ਵੀ ਇੰਨਾ ਸਥੂਲ ਜ਼ਰੂਰ ਹੈਗਾ ਕਿ ਉਸ ਦੇ ਉੱਤੇ ਇਕਾਗਰ ਹੋ ਸਕੋ। ਸ਼ਵਾਸ ਅਨਵਰਤ ਚੱਲਣ ਵਾਲੀ ਇੱਕ ਕਿਰਿਆ ਹੈਗੀ। ਸ਼ਵਾਸ ਕਦੀ ਵੀ ਵਿਰਧਾਵਸਥਾ ਨੂੰ ਪ੍ਰਾਪਤ ਨਹੀਂ ਹੁੰਦਾ। ਸ਼ਵਾਸ ਹੀ ਸ਼ੁੱਧ ਚੇਤਨਾ ਨੂੰ ਸਰੀਰ ਵਿੱਚ ਲੈ ਕਰ ਆਉਂਦਾ ਹੈ। ਸ਼ਵਾਸ ਬਹੁਤ ਆਸਾਨ ਹੈ। ਸ਼ਵਾਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਉਸ ਨੂੰ ਪਕੜਿਆ ਵੀ ਜਾ ਸਕਦਾ ਹੈ। ਸਾਨੂੰ ਸ਼ਵਾਸ ਦੇ ਨਾਲ ਸੰਗਤੀ ਬਿਠਾਉਣੀ ਹੋਵੇਗੀ। ਜਦ ਅਸੀਂ ਸਾਹ ਦੇ ਨਾਲ ਸਮਸਵਰ ਹੋ ਜਾਵਾਂਗੇ ਤੇ ਮਨ ਖਾਲੀ ਹੋ ਜਾਵੇਗਾ। ਇਹ ਧਿਆਨ ਵਿਗਿਆਨ ਦਾ ਪਹਿਲਾ ਨਿਯਮ ਹੈਗਾ। ਧਿਆਨ ਯਾਨੀ ਮਨ ਨੂੰ ਨਿਸ਼ਬਦ ਬਣਾਉਣਾ। ਇਸ ਦੀ ਸ਼ੁਰੂਆਤ ਸ਼ਵਾਸ ਤੋਂ ਹੀ ਹੁੰਦੀ ਹੈ। ਨਾ ਕੋਈ ਮੰਤਰ, ਨਾ ਕੋਈ ਜਾਪ, ਨਾ ਹੀ ਕੋਈ ਚਿੱਤਰ, ਨਾ ਹੀ ਕੋਈ ਆਕਾਰ ਤੇ ਨਾ ਹੀ ਕਿਸੇ ਮੂਰਤੀ ਦੇ ਦਰਸ਼ਨ। ਮੰਤਰ ਜਾਪ ਦੀ ਕੋਈ ਲੋੜ ਹੈ ਹੀ ਨਹੀਂ। ਧਿਆਨ ਵਿੱਚ ਮੁੱਖ ਨੂੰ ਤੇ ਬੰਦ ਹੀ ਰੱਖਣਾ ਹੈ। ਮੁੱਖ ਤੇ ਭੌਤਿਕ ਜਗਤ ਦਾ ਇੱਕ ਅੰਸ਼ ਹੈਗਾ। ਇਹਦਾ ਕੋਈ ਰੋਲ ਨਹੀਂ ਹੈ ਧਿਆਨ ਵਿਗਿਆਨ ਵਿੱਚ। ਧਿਆਨ ਵਿਗਿਆਨ ਵਿੱਚ ਪਹਿਲੀ ਚੀਜ਼ ਹੈ ਸ਼ਵਾਸ ਤੇ ਅੰਤਿਮ ਚੀਜ਼ ਹੈ ਦਿਵਯ ਚਕਸ਼ੂ ਯਾਨੀ ਤੀਜਾ ਨੇਤਰ। ਧਿਆਨ ਵਿੱਚ ਮਨ ਨੂੰ ਨੀਰਵ ਬਣਾਇਆ ਜਾਂਦਾ ਹੈ। ਇਸ ਲਈ ਅਸੀਂ ਕੋਈ ਬਿੰਬ ਜਾਂ ਚਿੱਤਰ ਮਨ ਵਿੱਚ ਨਹੀਂ ਰੱਖ ਸਕਦੇ ਜਿਸ ਦੇ ਉੱਤੇ ਮਨ ਨੂੰ ਕੇਂਦਰਿਤ ਕਰਨਾ ਹੋਵੇ। ਮਨ ਨੂੰ ਉੱਤੇ ਸ਼ੂਨਯ ਬਣਾ ਦੇਣਾ ਹੈ। ਕੁਝ ਵੀ ਦੇਖਣ ਦਾ ਅਭਿਆਸ ਨਹੀਂ ਕਰਨਾ ਹੈਗਾ। ਤੀਜੇ ਨੇਤ ਸਥਾਨ 'ਤੇ ਆਪਣੀ ਦ੍ਰਿਸ਼ਟੀ ਨੂੰ ਸਥਿਰ ਵੀ ਨਹੀਂ ਕਰਨਾ। ਕੋਈ ਆਵਾਜ਼ ਵੀ ਨਹੀਂ ਕੱਢਣੀ, ਨਾ ਹੀ ਕੋਈ ਮੰਤਰ ਪੜ੍ਹਨਾ ਹੈ। ਮਨ ਨੂੰ ਤੇ ਸ਼ਵਾਸ ਦੇ ਨਾਲ ਹੀ ਰਹਿਣਾ ਹੈ। ਜੇ ਮਨ ਸ਼ਵਾਸ ਦੇ ਨਾਲ ਨਹੀਂ ਹੈ ਤੇ ਉਹ ਕਦੀ ਵੀ ਖਾਲੀ ਨਹੀਂ ਹੋਵੇਗਾ। ਮਨ ਨੂੰ ਵਿਚਾਰ ਸ਼ੂਨਯ ਬਣਾਉਣਾ ਹੀ ਹੈ। ਮਨ ਤੋਂ ਸਾਰੇ ਸਮਾਜਿਕ, ਧਾਰਮਿਕ, ਮਾਨਸਿਕ ਚਿੱਤਰ ਨੂੰ ਬਾਹਰ ਕੱਢਣਾ ਹੈ। ਹਿੰਦੂ, ਮੁਸਲਿਮ, ਕਮਿਊਨਿਸਟ, ਨਾਸਤਿਕ, ਆਸਤਿਕ व ਬੌਧ ਹਰ ਤਰ੍ਹਾਂ ਦੇ ਬਿੰਬ ਜਾਂ ਪ੍ਰਤੀਕ ਨੂੰ ਤਿਆਗਣਾ ਹੋਵੇਗਾ। ਮਨ ਨੂੰ ਤੇ ਖਾਲੀ ਕਰ ਦੇਣਾ ਹੈ। ਧਿਆਨ ਵਿਗਿਆਨ ਦਾ ਦੂਜਾ ਨਿਯਮ ਹੈ, ਜਦ ਮਨ ਖਾਲੀ ਹੋ ਜਾਂਦਾ ਹੈ, ਵਿਸ਼ਵ ਸ਼ਕਤੀ ਸਪੀਡ ਨਾਲ ਭੌਤਿਕ ਸਰੀਰ ਵਿੱਚ ਪ੍ਰਵਾਹਿਤ ਹੋਣ ਲੱਗਦੀ ਹੈ। ਸਾਡਾ ਮਨ ਇੱਕ ਰੁਕਾਵਟ ਹੈ ਧਿਆਨ ਦੇ ਵਾਸਤੇ। ਜੰਗਲ ਜਿਹਾ ਮਨ ਕਾਸਮਿਕ ਐਨਰਜੀ ਨੂੰ ਸਰੀਰ ਵਿੱਚ ਪ੍ਰਵੇਸ਼ ਨਹੀਂ ਕਰਨ ਦਿੰਦਾ। ਜਦ ਮਨ ਹੀ ਜੰਗਲ ਜਿਹਾ ਹੈ ਤੇ ਇਹ ਸਭ ਤੋਂ ਵੱਡੀ ਰੁਕਾਵਟ ਬਣ ਜਾਂਦਾ ਹੈ। ਵਿਸ਼ਵ ਊਰਜਾ ਅੰਦਰ ਉਤਰ ਹੀ ਨਹੀਂ ਪਾਉਂਦੀ। ਮਨ ਭੌਤਿਕ ਊਰਜਾ ਤੇ ਵਿਸ਼ਵ ਊਰਜਾ ਨੂੰ ਅਲੱਗ-ਅਲੱਗ ਕਰਨ ਵਾਲਾ ਹੈਗਾ। ਮਨ ਦੋਨਾਂ ਦੇ ਵਿੱਚ ਵਿਭਾਜਨ ਰੇਖਾ ਦੀ ਤਰ੍ਹਾਂ ਹੈ। ਜਦ ਮਨ ਹੀ ਜੰਗਲ ਜਿਹਾ ਹੈ ਤੇ ਅਵਰੋਧ ਤੇ ਸੋਲਿਡ ਹੋਣਾ ਹੀ ਹੈ। ਜਦ ਸਾਰੇ ਵਿਚਾਰ ਖਤਮ ਹੋ ਜਾਂਦੇ ਤਦ ਹੀ ਮਨ ਅਰਧ ਭੇਦਨਸ਼ੀਲ ਝਿੱਲੀ ਦੀ ਤਰ੍ਹਾਂ ਬਣਦਾ ਹੈ। ਆਪਣੇ ਠੋਸ ਮਨ ਨੂੰ ਤਰਲ ਮਨ ਬਣਾਵਾਂਗੇ।
ਵਿਚਾਰ ਕਮ ਹੋਵਣਗੇ ਤੇ ਖਾਲਿਸਤਾਨ ਜ਼ਿਆਦਾ ਹੋਵੇਗਾ। ਧਿਆਨ ਬਸ ਇਹੋ ਹੀ ਹੈਗਾ। ਉਹਦਾ ਰਸਤਾ ਕੇਵਲ ਸਾਂਸ ਤੋਂ ਹੀ ਜਾਂਦਾ ਹੈ। ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਪਲਾਂਟਸ ਦੇ ਰੂਟ ਸਿਸਟਮ ਵਿੱਚ ਆਸਮੋਟਿਕ ਪ੍ਰੈਸ਼ਰ ਰਹਿੰਦਾ ਹੈ। ਜੜ ਵਿੱਚ ਪੋਸ਼ਕ ਤੱਤ ਬਾਹਰ ਤੋਂ ਹੀ ਮਿਲਦੇ ਨੇ। ਜੜ ਦਾ ਛੋਰ ਅਰਧ ਭੇਦਨਸ਼ੀਲ ਹੁੰਦਾ ਹੈ। ਜਦ ਮਨ ਧਿਆਨ ਵਿੱਚ ਹੁੰਦਾ ਹੈ ਤਦ ਇਸ ਤਰ੍ਹਾਂ ਹੀ ਹੁੰਦਾ ਹੈ। ਮਨ ਵੀ ਭੇਦਨਸ਼ੀਲ ਬਣ ਜਾਂਦਾ ਹੈ। ਠੋਸ ਅਵਰੋਧ ਹੁਣ ਛੇਦਯੁਕਤ ਹੋ ਜਾਂਦਾ ਹੈ। ਅਸੀਮ ਵੈਸ਼ਵਿਕ ਸ਼ਕਤੀ ਊਰਜਾ ਭੌਤਿਕ ਸਰੀਰ ਦੇ ਅੰਦਰ ਪ੍ਰਵਾਹਿਤ ਹੋਣ ਲੱਗਦੀ ਹੈ। ਧਿਆਨ ਵਿਗਿਆਨ ਦਾ ਤੀਜਾ ਮਹਾਨ ਨਿਯਮ ਕਹਿੰਦਾ ਹੈ, ਜਦ ਜ਼ਿਆਦਾ ਮਾਤਰਾ ਵਿੱਚ ਵੈਸ਼ਵਿਕ ਊਰਜਾ ਭੌਤਿਕ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਦਿਵਯ ਚਕਸ਼ੂ ਵੀ ਕਿਰਿਆਸ਼ੀਲ ਹੋਣ ਲੱਗਦੇ ਹਨ। ਧਿਆਨ ਦਾ ਪਰਿਣਾਮ ਸਾਡੀ ਆਂਤਰਿਕ ਗਿਆਨੇਂਦਰੀਆ ਦਾ ਸਕਰੀਏ ਹੋਣਾ ਤੇ ਸਾਡੇ ਐਕਸਟਰਾ ਸੈਂਸਰੀ ਪਰਸੈਪਸ਼ਨ ਦਾ ਕਿਰਿਆਸ਼ੀਲ ਹੋਣਾ ਹੈ। ਸਾਡੀ ਆਤਮ ਚੇਤਨਾ ਜਾਗਰਿਤ ਹੋ ਜਾਂਦੀ ਹੈ। ਫਿਰ ਆਤਮਾ ਦੀ ਪ੍ਰਾਪਤੀ ਹੁੰਦੀ ਹੈ। ਇੱਕ ਸਧਾਰਨ ਵਿਅਕਤੀ ਦੇ ਬਾਰੇ ਵਿੱਚ ਦੇਖਾਂਗੇ ਤੇ ਸ਼ਾਇਦ ਆਤਮਾ ਕਿੱਥੇ ਖੋਈ ਗਈ ਹੈ, ਸਵਰਗ ਵੀ ਖੋ ਗਿਆ ਹੈ। ਇਸ ਦੀ ਫਿਰ ਤੋਂ ਪ੍ਰਾਪਤੀ ਕਰਨੀ ਹੋਵੇਗੀ ਕਿਉਂਕਿ ਆਤਮਾ ਹੀ ਸਵਰਗ ਹੈਗਾ। ਭੌਤਿਕ ਸਰੀਰ ਨੂੰ ਵਿਸ਼ਵ ਊਰਜਾ ਨਾਲ ਲਬਾਲਬ ਭਰ ਜਾਣਾ ਚਾਹੀਦਾ ਹੈ। ਜਦ ਇਸ ਤਰ੍ਹਾਂ ਹੁੰਦਾ ਹੈ, ਹੌਲੀ ਹੌਲੀ ਆਤਮਾ ਦੀ ਸ਼ਮਤਾ ਗਤੀਸ਼ੀਲ ਹੋ ਜਾਂਦੀ ਹੈ, ਨਹੀਂ ਤੇ ਸ਼ਮਤਾ ਮਾਤਰ ਸ਼ਮਤਾ ਹੀ ਰਹਿ ਜਾਂਦੀ ਹੈ। ਆਤਮਾ ਦੇ ਕੋਲ ਅਸੀਮ ਸ਼ਕਤੀਆਂ ਹਨ, ਪਰ ਉਹ ਸ਼ਕਤੀ ਐਵੇਂ ਹੀ ਪੜੀ ਰਹੇਗੀ ਜੇ ਅਸੀਂ ਉਹਨੂੰ ਧਿਆਨ ਨਾਲ ਜਾਗਰਿਤ ਨਹੀਂ ਕਰਾਂਗੇ। ਸਾਰੀ ਬੋਡੀ ਮਾਈਂਡ ਐਂਟਾਈਟੀਜ਼ ਨੂੰ ਬੋਡੀ ਮਾਈਂਡ ਸੋਲ ਐਂਟਾਈਟੀਜ਼ ਬਣਨਾ ਹੈ ਔਰ ਇੱਥੋਂ ਧਿਆਨ ਵਿਗਿਆਨ ਦਾ ਕੰਮ ਸ਼ੁਰੂ ਹੁੰਦਾ ਹੈ। ਧਿਆਨ ਵਿਗਿਆਨ ਸਾਰੇ ਵਿਗਿਆਨ ਦਾ ਜਨਮਦਾਤਾ ਹੈ। ਧਿਆਨ ਵਿਗਿਆਨੀ ਸਵਾਸਥਯ ਵਿਗਿਆਨ ਹੈਗਾ। ਧਿਆਨ ਵਿਗਿਆਨੀ ਆਨੰਦ ਵਿਗਿਆਨ ਹੈਗਾ। ਧਿਆਨ ਊਰਜਾ ਨੂੰ ਉੱਚਤਮ ਬਿੰਦੂ ਤੱਕ ਲਿਜਾਣ ਵਾਲਾ ਵਿਗਿਆਨ ਹੈ। ਧਿਆਨ ਵਿਗਿਆਨੀ ਸਭ ਤੋਂ ਜੋੜਨ ਵਾਲਾ ਵਿਗਿਆਨ ਹੈਗਾ। ਮਾਨਵਤਾ ਦੇ ਸਾਰੇ ਵਿਭਾਜਿਤ ਹਿੱਸਿਆਂ ਨੂੰ ਜੋੜਨ ਵਾਲਾ ਹੈ। ਦੋਸਤੋ, ਇਸ ਲਈ ਧਿਆਨ ਵਿਗਿਆਨ ਦੀ ਜੈ ਹੋ। ਥੈਂਕ ਯੂ। धन्यवाद दोस्तों, बहुत बहुत शुक्रिया।